ਹੈਲੋ ਸਟੂਡੈਂਟਸ, ਵੈਲਕਮ ਟੂ ਵਿਦਿਆ ਇੰਗਲਿਸ਼ ਕਲਾਸਿਸ। ਅੱਜ ਅਸੀਂ ਇੱਕ ਬਹੁਤ ਹੀ ਖੂਬਸੂਰਤ, ਇੱਕ ਬਹੁਤ ਹੀ ਵਧੀਆ ਪੋਜ਼ਿਟਿਵ ਪੋਇਮ ਕਰਨ ਜਾ ਰਹੇ ਹੈਗੇ ਜੋ ਲਿਖੀ ਹੈ ਰਵਿੰਦਰਨਾਥ ਟੈਗੋਰ ਨੇ, ਔਰ ਨਾਮ ਹੈ ਪੋਇਮ ਦਾ ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ। ਪੰਜਾਬੀ ਦੇ ਵਿੱਚ ਵੇਖੀਏ, ਟਰਾਂਸਲੇਸ਼ਨ ਕਰੀਏ ਤਾਂ ਦਾ ਮਤਲਬ ਕੀ ਬਣਦਾ, ਜਿੱਥੇ ਸਾਡੀ ਸੋਚ ਆਜ਼ਾਦ ਹੋਵੇਗੀ, ਬਿਨਾਂ ਕਿਸੇ ਡਰ ਤੋਂ ਹੋਵੇਗੀ। ਪੋਇਮ ਨੂੰ ਕਰਨ ਤੋਂ ਪਹਿਲਾਂ ਅਸੀਂ ਇਹਦੇ ਪੋਇਟ ਰਵਿੰਦਰਨਾਥ ਟੈਗੋਰ ਬਾਰੇ ਥੋੜ੍ਹੀ ਡਿਸਕਸ਼ਨ ਕਰ ਲਈਏ। ਸਾਨੂੰ ਸਭ ਨੂੰ ਪਤਾ ਰਵਿੰਦਰਨਾਥ ਟੈਗੋਰ ਕੌਣ ਆ। ਰਵਿੰਦਰਨਾਥ ਟੈਗੋਰ, ਜਿਸ ਨੂੰ ਕਿ 1913 ਦੇ ਵਿੱਚ 1913 ਦੇ ਵਿੱਚ ਉਹਨਾਂ ਦੀ ਲਿਖੀ ਹੋਈ ਬੁੱਕ ਗੀਤਾਂਜਲੀ ਦੇ ਲਈ ਨੋਬਲ ਪ੍ਰਾਈਜ਼ ਮਿਲਿਆ ਸੀ, ਅਤੇ ਉਹ ਇਕਲੌਤੇ ਭਾਰਤੀ ਜਾਂ ਕਹਿ ਲਓ ਨੌਨ ਯੂਰਪੀਅਨ ਸੀ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਸਭ ਤੋਂ ਪਹਿਲੇ। ਅਤੇ ਰਵਿੰਦਰਨਾਥ ਟੈਗੋਰ ਜੋ ਬੰਗਾਲ ਤੋਂ ਸੀਗੇ, ਲਿਟਰੇਚਰ ਉਹਨਾਂ ਨੇ ਬਹੁਤ ਲਿਖਿਆ ਹੈਗਾ, ਅਤੇ ਆਪਣੇ ਟਾਈਮ ਦੇ ਮੰਨੇ ਹੋਏ ਇੱਕ ਪੋਇਟ, ਨੋਵਲਿਸਟ, ਰਾਈਟਰ, ਮਿਊਜ਼ੀਸ਼ੀਅਨ, ਪੇਂਟਰ ਸਭ ਕੁਝ ਸੀਗੇ। ਸੋ ਉਹਨਾਂ ਦਾ ਜੋ ਲਿਟਰੇਚਰ ਦੇ ਵਿੱਚ ਯੋਗਦਾਨ ਹੈ, ਕੰਟਰੀਬਿਊਸ਼ਨ ਆ, ਉਹ ਇਮੈਂਸ ਆ, ਬੜਾ ਬਹੁਤ ਹੀ ਵਿਸ਼ਾਲ ਹੈਗਾ। ਅਗਰ ਉਹਨਾਂ ਨੇ ਗੀਤਾਂਜਲੀ ਨੂੰ ਟਰਾਂਸਲੇਟ ਨਾ ਕੀਤਾ ਹੁੰਦਾ ਇੰਗਲਿਸ਼ ਦੇ ਵਿੱਚ ਖੁਦ ਹੀ, ਤਾਂ ਉਸ ਨੂੰ ਨੋਬਲ ਪ੍ਰਾਈਜ਼ ਨਹੀਂ ਸੀ ਮਿਲਣਾ ਗਾ। ਅਤੇ ਨੋਬਲ ਪ੍ਰਾਈਜ਼ ਜੇ ਨਾ ਮਿਲਦਾ ਤਾਂ ਸ਼ਾਇਦ ਜੋ ਅੱਜ ਸਾਡਾ ਇੰਡੀਅਨ ਲਿਟਰੇਚਰ ਇੰਗਲਿਸ਼ ਲੈਂਗੁਏਜ ਦੇ ਵਿੱਚ ਲਿਖਿਆ ਹੈਗਾ ਅਤੇ ਵਰਡ ਦੇ ਵਿੱਚ ਇੰਡੀਅਨ ਲਿਟਰੇਚਰ ਨੂੰ ਪੜ੍ਹਿਆ ਜਾ ਰਿਹਾ ਹੈਗਾ, ਉਹ ਨਾ ਹੁੰਦਾ। ਇਹ ਜੇ ਅੱਜ ਪੜ੍ਹਿਆ ਜਾ ਰਿਹਾ ਤਾਂ ਇਹ ਸਿਰਫ ਰਵਿੰਦਰਨਾਥ ਟੈਗੋਰ ਦੀ ਬਦੌਲਤ ਹੀ ਹੈ। ਸੋ ਪੋਇਮ ਜਿਹੜੀ ਲਿਖੀ ਹੈਗੀ ਰਵਿੰਦਰਨਾਥ ਟੈਗੋਰ ਨੇ, ਇਹਦਾ ਜੋ ਟਾਈਟਲ ਮੈਂ ਤੁਹਾਨੂੰ ਦੱਸਦਾ ਮੈਂ ਪਹਿਲਾਂ, ਇਹ ਰਵਿੰਦਰਨਾਥ ਟੈਗੋਰ ਨੂੰ ਜਿਹੜੀ ਬੁੱਕ ਦੇ ਲਈ, ਗੀਤਾਂਜਲੀ ਬੁੱਕ ਦੇ ਲਈ ਨੋਬਲ ਪ੍ਰਾਈਜ਼ ਮਿਲਿਆ ਸੀਗਾ, ਇਹ ਪੋਇਮ ਉਸ ਗੀਤਾਂਜਲੀ ਬੁੱਕ ਦੀ ਇੱਕ ਪੋਇਮ ਹੈ। ਸੋਚ ਕਈ ਪੋਇਮਸ ਨੇ, ਕਈ ਪੋਇਮਸ ਦੀ ਕੋਲੈਬੋਰੇਸ਼ਨ ਹੈਗੀ, ਉਹਨਾਂ ਪੋਇਮ ਦੇ ਵਿੱਚੋਂ ਇੱਕ ਪੋਇਮ ਇਹ ਹੈ। ਇਹਨੂੰ ਵੀ ਟਰਾਂਸਲੇਟ ਕੀਤਾ ਗਿਆ ਹੈਗਾ। ਇਹਦੀ ਜੋ ਓਰੀਜਨਲ ਵਰਜ਼ਨ ਸੀਗਾ, ਓਰੀਜਨਲ ਬੰਗਾਲੀ ਟਾਈਟਲ ਸੀ, ਉਹ ਕੀ ਸੀਗਾ? ਚਿਤੋ ਜੇਥਾ ਬੁਆਏ ਸ਼ੁਨਿਓ। ਸੋ ਇਹ ਓਰੀਜਨਲ ਟਾਈਟਲ ਸੀਗਾ, ਅਤੇ ਉਸਨੇ ਖੁਦ ਹੀ, ਰਵਿੰਦਰਨਾਥ ਟੈਗੋਰ ਨੇ ਖੁਦ ਹੀ ਇਸਨੂੰ ਇੰਗਲਿਸ਼ 'ਚ ਟਰਾਂਸਲੇਟ ਕੀਤਾ ਸੀਗਾ। ਅਤੇ ਇਹ ਪੋਇਮ ਬੰਗਾਲੀ ਲੈਂਗੁਏਜ ਦੇ ਵਿੱਚ 1910 ਦੇ ਵਿੱਚ ਪਬਲਿਸ਼ ਹੋਈ ਸੀਗੀ, ਅਤੇ ਗੀਤਾਂਜਲੀ ਦੀ ਜਿਹੜੀ ਬੁੱਕ ਹੈ ਉਹਦਾ ਇੱਕ ਪਾਰਟ ਹੈ। ਸੋ ਆਪਾਂ ਪੜ੍ਹਨ ਲੱਗਿਆਂਗੇ ਕੀ ਹੈ ਇਹਦੇ ਵਿੱਚ। ਪੋਇਮ ਬੜੀ ਈਜ਼ੀ ਲੈਂਗੁਏਜ ਦੇ ਵਿੱਚ ਲਿਖੀ ਹੋਈ ਹੈਗੀ। ਜੇ ਸੈਟਿੰਗ ਦੀ ਗੱਲ ਕਰੀਏ ਤਾਂ ਇਹ ਪੋਇਮ ਇੰਡੀਆ ਦੇ ਵਿੱਚ ਹੀ ਸੈੱਟ ਹੈ। ਇੰਡੀਆ ਦੇ ਮਾਹੌਲ ਨੂੰ ਬਹੁਤ ਵਧੀਆ ਢੰਗ ਨਾਲ ਪ੍ਰੂਵ ਕਰਦੀ ਹੈ। ਇੱਕ ਵਰਡ ਹੁੰਦਾ, ਇੱਕ ਟਰਮ ਹੁੰਦੀ ਹੈ ਲਿਟਰੇਚਰ ਦੇ ਵਿੱਚ, ਯੂਟੋਪੀਆ। ਯੂਟੋਪੀਆ ਕੀ ਹੁੰਦਾ ਹੈਗਾ? ਯੂਟੋਪੀਆ ਮਤਲਬ ਅਸੀਂ ਕਾਮਨਾ ਕਰਦੇ ਹਾਂ ਕਿ ਪਰਫੈਕਟ ਜਗ੍ਹਾ ਦੀ ਐਗਜ਼ਿਸਟ ਉਹ ਕਰਦੀ ਹੈ, ਨਹੀਂ ਕਰਦੀ ਉਹ ਬਾਅਦ ਦੀ ਗੱਲ ਆ, ਬਟ ਇੱਕ ਸੋਚ ਹੁੰਦੀ ਹੈਗੀ, ਇਮੈਜੀਨੇਸ਼ਨ ਹੁੰਦੀ ਹੈਗੀ ਕਿ ਇੱਕ ਪਰਫੈਕਟ ਜਗ੍ਹਾ ਹੋਵੇ, ਇੱਕ ਪਰਫੈਕਟ ਮਾਹੌਲ ਹੋਵੇ ਜਿਹਦੇ ਵਿੱਚ ਸਾਰੇ ਜਾਣੇ ਖੁਸ਼ ਰਹਿਣ। ਸੋ ਇਹ ਪੋਇਮ ਇੱਕ ਤਰ੍ਹਾਂ ਦੀ ਯੂਟੋਪੀਅਨ ਪੋਇਮ ਕਹੀ ਜਾ ਸਕਦੀ ਹੈ। ਯੂਟੋਪੀਅਨ ਕਨਸੈਪਟ ਹੈ ਇਹਦੇ ਵਿੱਚ। ਇੰਗਲਿਸ਼ ਲਿਟਰੇਚਰ ਵਾਲੇ ਸਟੂਡੈਂਟਸ ਇਹ ਟਰਮ ਪੜ੍ਹਦੇ ਰਹਿੰਦੇ ਨੇ, ਕਿ ਸੋ ਉਹਨਾਂ ਨੂੰ ਜਲਦੀ ਢੰਗ ਨਾਲ ਸਮਝ ਆ ਜਾਊਗੀ। ਬਾਕੀ ਜਿਨ੍ਹਾਂ ਕੋਲ ਇੰਗਲਿਸ਼ ਲਿਟਰੇਚਰ ਨਹੀਂ ਹੈਗਾ ਗਾ, ਉਹਨਾਂ ਨੂੰ ਵੀ ਹੁਣ ਮੈਂ ਦੱਸ ਦਿੱਤਾ ਕਿ ਯੂਟੋਪੀਆ ਕੀ ਹੁੰਦਾ ਹੈ। ਸੋ ਪੋਇਮ ਜਿਵੇਂ ਤੁਹਾਨੂੰ ਦੱਸਿਆ ਕਿ ਇੰਡੀਆ ਦੇ ਵਿੱਚ ਹੈ, ਪੋਇਟ ਦੇ ਸੁਪਨੇ ਇਹਦੇ ਵਿੱਚ ਸਿਰਜੇ ਹੋਏ ਨੇਗੇ। ਇਹ ਆਜ਼ਾਦੀ ਤੋਂ ਪਹਿਲਾਂ ਦੀ, ਇੰਡੀਆ ਦੀ ਆਜ਼ਾਦੀ ਤੋਂ ਪਹਿਲਾਂ ਲਿਖੀ ਹੋਈ ਪੋਇਮ ਆ। ਸੋ ਓਬਵੀਅਸ ਜੀ ਗੱਲ ਹੈਗੀ ਕਿ ਪੋਇਟ ਦੇ ਮਨ ਦੇ ਵਿੱਚ ਹੈ ਕਿ ਜਦੋਂ ਦੇਸ਼ ਸਾਡਾ ਆਜ਼ਾਦ ਹੋਵੇ, ਜਾਂ ਜੋ ਸਾਡੇ ਲੋਕ ਨੇਗੇ ਉਹ ਮਾਨਸਿਕ ਤੌਰ 'ਤੇ ਆਜ਼ਾਦ ਹੋਣੇ ਚਾਹੀਦੇ ਨੇਗੇ। ਸੋ ਹੋਰ ਵੀ ਬੜਾ ਕੁਛ ਕਰਦਾ ਹੈਗਾ। ਪੋਇਮ ਦੇ ਵਿੱਚ ਸਿਰਫ 11 ਲਾਈਨਸ ਨੇਗੀਆਂ, ਔਰ ਇਹ ਕੋਈ ਸਟਾਂਜ਼ਾ ਦੇ ਵਿੱਚ ਨਹੀਂ ਵੰਡੀਆਂ ਹੋਈਆਂ ਵੀ ਇੱਕ ਸਟਾਂਜ਼ਾ ਇੰਨੀਆਂ ਲਾਈਨ। ਉਹਨੇ ਸਿਰਫ ਲਿਖ ਦਿੱਤਾ, ਜਿੱਥੇ ਠੀਕ ਲੱਗਿਆ ਉੱਥੇ ਫੁੱਲ ਸਟਾਪ ਲਗਾਤਾ, ਜਿੱਥੇ ਨਹੀਂ ਦਿਲ ਕੀਤਾ। ਤੁਸੀਂ ਦੇਖੋਗੇ ਇਹਦੇ ਵਿੱਚ ਪੰਕਚੁਏਸ਼ਨ ਬਹੁਤ ਹੀ ਘੱਟ ਹੈਗੀ। ਘੱਟ ਕੀ ਹੈਗੀ ਸਿਰਫ ਲਾਸਟ ਵਿੱਚ ਜਾ ਕੇ ਇਹਦੇ 'ਚ ਇੱਕ ਫੁੱਲ ਸਟਾਪ ਹੈਗਾ, ਬਸ ਕੁਛ ਕੌਮਾ ਯੂਜ਼ ਕੀਤੇ ਹੋਏ। ਸੋ ਪੋਇੰਟ ਦੇ ਵਿੱਚ ਕੀ ਹੈ? ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ ਐਂਡ ਦ ਹੈਡ ਇਜ਼ ਹੈਲਡ ਹਾਈ, ਵੇਅਰ ਨੌਲੇਜ ਇਜ਼ ਫ੍ਰੀ, where the word has not been broken up into fragments by narrow domestic walls. So very first line, where the mind is without fear and the head is held high. Rabindranath Tagore
परमात्मा दे अगे एक अरजोई कर रहा, प्रे कर रहा हैगा ते इमेजिन कर रहा हैगा कि हे परमात्मा अजिहा देश होवे मेरा जिथे बंदे दी सोच किसे तो ना डरे, मतलब कि मन नीवा होवे ते मत उच्ची होवे, सोच साडी बहुत ज़्यादा उच्ची होवे, ਅਸੀਂ अपना सिर ਉੱਚਾ करके जिथे ਅਸੀਂ ਜਿਉ ਸਕੀਏ, जिथे साडे देश वासियां नूं बिना किसी डर दे ਉਹ ਜਿਉ ਸਕਣ हर वक्त, ਤੇ ਉਹਨਾਂ ਦਾ ਜਿਹੜਾ ਸਿਰ ਹੈ, ਆਪਣੀ ਸੋਚ ਹੈ, ਉਹ ਵੀ ਉੱਚੀ ਰਹੇ, ਨਿਡਰ ਹੋ ਕੇ ਉਹ ਜਿਉਣ, ਮਤਲਬ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਪੂਰਾ ਕੌਨਫੀਡੈਂਸ ਹੋਵੇ। ਨੌਲੇਜ ਵੇਅਰ ਨੌਲੇਜ ਇਜ਼ ਫ੍ਰੀ, ਉੱਥੇ ਕਹਿੰਦੇ ਮੇਰੇ ਦੇਸ਼ ਦੇ ਵਿੱਚ ਜੋ ਨੌਲੇਜ ਹੈ, ਹਰ ਤਰ੍ਹਾਂ ਦੀ ਨੌਲੇਜ, ਕਿਸੇ ਵੀ ਤਰ੍ਹਾਂ ਦੀ ਨੌਲੇਜ ਹੈ, ਉਹ ਬਿਲਕੁਲ ਫ੍ਰੀ ਹੋਣੀ ਚਾਹੀਦੀ ਹੈਗੀ, ਤੇ ਹਰ ਇੱਕ ਪਰਸਨ ਚਾਹੇ ਉਹ ਕਿਸੇ ਵੀ ਤਬਕੇ ਦਾ ਹੈ, ਕਿਸੇ ਵੀ ਕਾਸਟ ਦਾ ਹੈ, ਉਹਦੇ ਤੱਕ ਉਹ ਨੌਲੇਜ ਉਸ ਨੂੰ ਫ੍ਰੀ ਮਿਲਣੀ ਚਾਹੀਦੀ ਹੈ। ਵੇਅਰ ਦਾ ਵਰਡ ਹੈਜ਼ ਨਾਟ ਬੀਨ ਬ੍ਰੋਕਨ ਅਪ ਇਨਟੂ ਫ੍ਰੈਗਮੈਂਟ, ਤੇ ਮੈਂ ਇੱਛਾ ਕਰਦਾ ਗਾ, ਪਰਮਾਤਮਾ ਅੱਗੇ ਅਰਜ਼ੋਈ ਕਰਦਾ, ਪ੍ਰੇ ਕਰਦਾ ਹਾਂ ਕਿ ਮੇਰਾ ਜੋ ਸੰਸਾਰ ਹੈ ਇਹ, ਜਾਂ ਮੇਰਾ ਦੇਸ਼ ਹੈ ਇਹ ਹਿੱਸਿਆਂ ਦੇ ਵਿੱਚ ਵੰਡਿਆ ਨਾ ਹੋਵੇ। ਹਿੱਸਿਆਂ ਦਾ ਮਤਲਬ ਇੱਥੇ ਜਾਤਾਂ ਦੇ ਵਿੱਚ, ਬਿਰਾਦਰੀਆਂ ਦੇ ਵਿੱਚ, ਕਲਾਸਿਸ ਦੇ ਵਿੱਚ ਵੰਡਿਆ ਨਹੀਂ ਹੋਣਾ ਚਾਹੀਦਾ ਹੈਗਾ। ਸਾਰੇ ਤਰ੍ਹਾਂ ਦੇ ਧਰਮ, ਹਰ ਤਰ੍ਹਾਂ ਦੇ ਖੇਤਰ ਦੇ ਲੋਕ ਇੱਕ ਦੂਜੇ ਨਾਲ ਮਿਲ ਕੇ ਰਹਿਣ, ਯੂਨਾਈਟ ਹੋ ਕੇ ਰਹਿਣ, ਇੱਕ ਦੂਜੇ ਨਾਲ ਆਪਣੇ ਧਰਮ ਕਰਕੇ ਜਾਂ ਆਪਣੇ ਖੇਤਰ ਕਰਕੇ, ਆਪਣੀ ਬੋਲੀ ਕਰਕੇ ਨਾ ਲੜਨ। ਜਦੋਂ ਇਹ ਹੋਏਗਾ ਬਾਈ ਨੈਰੋ ਡੋਮੈਸਟਿਕ ਵਾਲਸ, ਅਗਰ ਇਹ ਹੋਏਗਾ ਤਾਂ ਜਿਹੜੀ ਇਹ ਨੈਰੋ ਡੋਮੈਸਟਿਕ ਵਾਲਸ ਨੇ ਸਾਡੇ ਮਨਾਂ ਦੇ ਵਿੱਚ ਜੋ ਦੀਵਾਰਾਂ ਖਿੱਚੀਆਂ ਪਈਆਂ ਨੇਗੇ, ਸਾਡੀ ਮਨਾਂ ਦੇ ਵਿੱਚ ਜੋ ਨਫ਼ਰਤ ਫੈਲੀ ਪਈ ਹੈਗੀ, ਤੰਗ ਸੋਚ ਸਾਡੀ ਹੋਈ ਪਈ ਹੈਗੀ, ਉਹ ਸਾਰਾ ਕੁਛ ਖਤਮ ਹੋ ਜਾਏਗਾ। ਠੀਕ ਹੈ ਜੀ। ਸੋ ਨੈਕਸਟ ਲਾਈਨ ਦੇ ਵਿੱਚ ਕੀ ਕਹਿ ਰਿਹਾ ਉਹ, ਵੇਅਰ ਵਰਡਸ ਕਮ ਆਊਟ ਫਰੋਮ ਦਾ ਡੈਪਥ ਆਫ ਟਰੂਥ, ਜਦੋਂ ਨੌਲੇਜ ਫਰੀ ਹੋਏਗੀ, ਸਾਡੀ ਸੋਚ ਉੱਚੀ ਹੋਏਗੀ, ਸਾਡਾ ਮਨ ਨੀਵਾਂ ਹੋਏਗਾ, ਅਸੀਂ ਈਗੋਇਸਟਿਕ ਨਹੀਂ ਹੋਵਾਂਗੇ, ਸੈਲਫ ਕੌਨਫੀਡੈਂਟ ਹੋਵਾਂਗੇ, ਉਦੋਂ ਸਾਡੇ ਜਿਹੜੇ ਸ਼ਬਦ ਨੇਗੇ ਸੱਚਾਈ ਦੇ ਵਿੱਚੋਂ, ਰਿਐਲਿਟੀ ਦੇ ਵਿੱਚੋਂ ਨਿਕਲਣਗੇ। ਹਰ ਇੱਕ ਨੂੰ ਉੱਥੇ ਸੱਚ, ਹਰ ਇੱਕ ਬੰਦਾ ਨਿਡਰ ਹੋ ਕੇ ਸੱਚ ਬੋਲੇਗਾ, ਕੋਈ ਵੀ ਸੱਚ ਬੋਲਣ ਤੋਂ ਡਰੇਗਾ ਨਹੀਂ, ਆਪਣੇ ਫਾਇਦੇ ਵਾਸਤੇ ਕੋਈ ਵੀ ਬੰਦਾ ਝੂਠ ਨਹੀਂ ਬੋਲੇਗਾ। ਸੋ ਕਹਿੰਦਾ ਗਾ, ਵੇਅਰ ਟਾਇਰਲੈਸ ਸਟ੍ਰਾਈਵਿੰਗ ਸਟ੍ਰੈਚਸ ਇਟਸ ਆਰਮ ਟੂਵਰਡਸ ਪਰਫੈਕਸ਼ਨ, ਟਾਇਰਲੈਸ ਮਤਲਬ ਕਿ ਬਿਨਾਂ ਥੱਕੇ ਹੋਏ, ਸਟ੍ਰਾਈਵਿੰਗ ਸਟਰਗਲ ਕਰੇ, ਸਟ੍ਰੈਚ ਆਪਣੀਆਂ ਫੈਲਾਉਣਾ ਬਾਹਾਂ ਨੂੰ ਟੂਵਰਡਸ ਪਰਫੈਕਸ਼ਨ। ਕਹਿੰਦਾ ਮੈਂ ਚਾਹੁੰਦਾ ਗਾ ਕਿ ਦੇਸ਼ ਦੇ ਵਿੱਚ ਹਰ ਨਾਗਰਿਕ, ਹਰ ਪਰਸਨ ਪੂਰੀ ਸਟਰਗਲ ਕਰੇ, ਪੂਰੀ ਮਿਹਨਤ ਕਰੇ, ਤਾਂ ਕਿ ਉਹ ਆਪਣੇ ਆਪ ਨੂੰ ਪਰਫੈਕਟ ਬਣਾ ਲੇ, ਆਪਣੇ ਆਪ ਨੂੰ ਨਿਪੁੰਨ ਬਣਾ ਲੇ, ਆਪਣੇ ਆਪ ਨੂੰ ਸਕਿਲਡ ਬਣਾ ਲੇ ਆਪਣੇ ਖੇਤਰ ਦੇ ਵਿੱਚ। ਨਾਲ ਹੀ ਕੀ ਕਹਿੰਦਾ ਹੈਗਾ, ਇਹ ਕਦੋਂ ਪੋਸੀਬਲ ਹੈ, ਵੇਅਰ ਦਾ ਕਲੀਅਰ ਸਟ੍ਰੀਮ ਆਫ ਰੀਜ਼ਨ ਹੈਜ਼ ਨਾਟ ਲੋਸਟ ਇਟਸ ਵੇ, ਇਹ ਸਿਰਫ ਉਦੋਂ ਹੀ ਪੋਸੀਬਲ ਹੈ ਜਦੋਂ ਦੇਸ਼ ਦੇ ਵਿੱਚ ਹਰ ਪਾਸੇ, ਹਰ ਨਾਗਰਿਕ ਦੇ ਵਿੱਚ ਕਲੀਅਰ ਸਟ੍ਰੀਮ ਆਫ ਰੀਜ਼ਨ, ਮਤਲਬ ਕਿ ਬੰਦਾ ਲੌਜੀਕਲੀ ਸੋਚੇਗਾ, ਰੀਜ਼ਨ ਬੇਸਡ ਹੋ ਕੇ ਸੋਚੇਗਾ, ਸਾਇੰਟੀਫਿਕਲੀ ਸੋਚੇਗਾ, ਤੇ ਉਹ ਆਪਣਾ ਹੈਜ਼ ਨਾਟ ਲੋਸਟ ਇਟਸ ਵੇ, ਤੇ ਆਪਣਾ ਰਸਤਾ ਨਹੀਂ ਭੁੱਲੇਗਾ ਉਹ ਇਨਟੂ ਦਾ ਡ੍ਰੀਅਰੀ ਡੈਜ਼ਰਟ ਸੈਂਡ ਆਫ ਡੈਡ ਹੈਬਿਟ, ਜਿੱਥੇ ਉਹ ਬੰਦਾ, ਜਿਹੜੀ ਇਹ ਡੈਡ ਹੈਬਿਟਸ ਨੇ, ਡੈਡ ਹੈਬਿਟ ਦਾ ਮਤਲਬ ਕੀ ਹੁੰਦਾ, ਉਹੀ ਪੁਰਾਣੇ ਰੀਤੀ ਰਿਵਾਜ ਜਿਹੜੇ ਕਿ ਅਸੀਂ ਬਿਨਾਂ ਸੋਚੇ ਸਮਝੇ, ਬਿਨਾਂ ਸਵਾਲ ਕੀਤੇ ਫੋਲੋ ਕਰਦੇ ਜਾ ਰਹੇ ਹੈਗੇ, ਸਿਰਫ ਇਹ ਦੇਖ ਕੇ ਕਿ ਸਾਡੇ ਵੱਡੇ ਵੀ ਕਰ ਰਹੇ ਨੇ। ਸੋ ਕਹਿੰਦਾ ਗਾ ਕਿ ਇੱਥੇ ਜੋ ਸਾਇੰਸ ਹੈ, ਲੌਜਿਕ ਹੈ, ਤਰਕ ਹੈ, ਉਹ ਪ੍ਰੀਵੇਲ ਕਰਨਾ ਚਾਹੀਦਾ, ਉਹ ਐਗਜ਼ਿਸਟ ਹੋਣਾ ਚਾਹੀਦਾ, ਉਹਦੀ ਹੋਂਦ ਹੋਣੀ ਚਾਹੀਦੀ ਹੈਗੀ। ਇਸ ਦੇਸ਼ ਦੇ ਲੋਕ, ਮੇਰੇ ਦੇਸ਼ ਦੇ ਲੋਕ ਬਿਨਾਂ ਦੇਖੇ ਬਲਾਈਂਡਲੀ, ਅੰਨ੍ਹੇਵਾਹ ਕਿਸੇ ਪੁਰਾਣੇ ਜਿਹੜੇ ਵਹਿਮ ਭਰਮ ਨੇਗੇ, ਉਹਨਾਂ ਨੂੰ ਨਾ ਮੰਨਣ, ਬਲਕਿ ਸਵਾਲ ਕਰਨ ਉਹਨਾਂ ਨੂੰ। ਇਹ ਸਵਾਲ ਸਿਰਫ ਉਹਦੀ ਕਰ ਸਕਣਗੇ ਜਦੋਂ ਉਹ ਲੌਜੀਕਲੀ ਸੋਚਣਗੇ, ਉਹ ਐਜੂਕੇਸ਼ਨ ਲੈਣਗੇ। ਵੇਅਰ ਦਾ ਮਾਈਂਡ ਇਜ਼ ਲੈਡ ਟੂ ਫਾਰਵਰਡ ਬਾਈ ਦੀ, ਵੇਅਰ ਦਾ ਮਾਈਂਡ ਇਜ਼ ਲੈਡ ਫਾਰਵਰਡ ਬਾਈ ਦੀ, ਇੱਥੇ ਦੀ ਦਾ ਮਤਲਬ ਯੂ ਤੋਂ ਹੁੰਦਾ, ਪਰ ਦੀ ਦਾ ਮਤਲਬ ਇੱਥੇ ਪਰਮਾਤਮਾ ਤੋਂ ਆਪਾਂ ਹੁਣ ਲੈ ਸਕਦੇ ਹਾਂ। ਕਹਿੰਦੇ ਮੈਂ ਚਾਹੁੰਦਾ ਹਾਂ ਕਿ ਇੱਥੇ ਜੋ ਸਾਡੀ ਸੋਚ ਹੈ, ਸਾਡੀ ਜੋ ਪਹੁੰਚ ਹੈ, ਉਹ ਕਿਸੇ ਇਨਸਾਨ ਦੁਆਰਾ, ਕਿਸੇ ਧਰਮ ਦੁਆਰਾ, ਜਾਂ ਕਿਸੇ ਹੋਰ
ਚੀਜ਼ ਜਿਵੇਂ ਕਿ ਰਾਜਨੀਤੀ ਦੁਆਰਾ ਨਾ ਚੱਲੇ, ਬਲਕਿ ਪਰ ਜਿਹੜੇ ਇਨਸਾਨ ਦੀ ਸੋਚ ਹੈਗੀ ਉਹਨੂੰ ਡਾਇਰੈਕਟ ਕਰਨ ਵਾਲਾ, ਉਹਨੂੰ ਰਸਤਾ ਦਿਖਾਉਣ ਵਾਲਾ ਸਿਰਫ ਤੂੰ ਹੋਵੇਂ, ਪਰਮਾਤਮਾ। ਸੋ ਪਰਮਾਤਮਾ ਨੂੰ ਅੱਗੇ ਪ੍ਰੇ ਕਰ ਰਿਹਾ, ਪਰਮਾਤਮਾ ਦੇ ਨਾਲ ਡਾਇਰੈਕਟਲੀ ਗੱਲ ਕਰ ਰਿਹਾ, ਤੇ ਕੀ ਕਹਿ ਰਿਹਾ ਹੈਗਾ ਕਿ ਤੂੰ ਹੀ ਸਾਰੇ ਇਨਸਾਨਾਂ ਨੂੰ ਗਾਈਡ ਕਰ। ਤੇ ਉਹ ਚਾਹੁੰਦਾ ਹੈਗਾ ਕਿ ਤੂੰ ਉਹਨਾਂ ਨੂੰ ਰਸਤਾ ਦਿਖਾ, ਮੈਨੂੰ ਰਾਹ ਦਸੇਰਾ ਬਣੇ। ਇਹਦੇ ਨਾਲ ਕੀ ਹੋਊਗਾ? ਇਨਟੂ ਐਵਰ ਵਾਈਡਨਿੰਗ ਥਾਟ ਐਂਡ ਐਕਸ਼ਨ। ਇਹਦੇ ਨਾਲ ਕੀ ਹੋਏਗਾ? ਜੋ ਸਾਡੀ ਸੋਚ ਹੈ, ਇਨਸਾਨ ਦਾ ਜੋ ਸੋਚਣ ਦਾ ਦਾਇਰਾ ਹੈ, ਉਹਦੇ ਵਿਚਾਰ ਨੇਗੇ, ਉਹਦੇ ਕੰਮ ਨੇਗੇ, ਉਹ ਵਿਸ਼ਾਲ ਹੋ ਜਾਣਗੇ, ਬ੍ਰੌਡ ਹੋ ਜਾਣਗੇ। ਵਾਈਡਨਿੰਗ ਮੀਨਸ ਵਿਸ਼ਾਲ ਹੋ ਜਾਣਗੇ। ਤੰਗ ਸੋਚ ਤੋਂ ਉਹ ਬਾਹਰ ਨਿਕਲ ਕੇ, ਖੂਹ ਦੇ ਡੱਡੂ ਤੋਂ ਬਾਹਰ ਨਿਕਲ ਕੇ ਉਹ ਆਪਣੀ ਸੋਚ ਦਾ ਦਾਇਰਾ ਵੱਡਾ ਕਰ ਲਏਗਾ, ਹੰਸ ਵਰਗਾ ਕਰ ਲਏਗਾ, ਸਮੁੰਦਰ ਦੇ ਵਿੱਚ ਜੋ ਗੋਤੇ ਲਾਉਂਦਾ ਹੈਗਾ। Into that heaven of freedom, my father, let my country awake। ਸੋ ਇਸ ਤਰ੍ਹਾਂ ਦੀ ਆਜ਼ਾਦੀ ਮਿਲੇ ਹਰ ਪਾਸੇ, ਹਰ ਤਰ੍ਹਾਂ ਦੀ ਆਜ਼ਾਦੀ ਮਿਲੇ, ਤੇ ਹੇ ਮੇਰੇ ਫਾਦਰ ਮਤਲਬ ਕਿ ਹੇ ਮੇਰੇ ਪਰਮਾਤਮਾ, ਮੇਰੇ ਇਸ ਸੰਸਾਰ ਨੂੰ, ਮੇਰੇ ਇਸ ਦੇਸ਼ ਨੂੰ ਜਗਾ ਤੂੰ। ਜਗਾ ਦਾ ਮਤਲਬ ਕੀ ਹੈ? ਉਹਨਾਂ ਨੂੰ, ਇਨਸਾਨਾਂ ਨੂੰ, ਉਹਨਾਂ ਦਾ ਜੋ ਅਸਲੀ ਪੋਟੈਂਸ਼ੀਅਲ ਹੈ, ਜੋ ਉਹਨਾਂ ਦੀ ਕਾਬਲੀਅਤ ਹੈ, ਉਹਦੀ ਉਸਨੂੰ ਪਹਿਚਾਣ ਕਰਵਾ, ਤਾਂ ਕਿ ਉਸਨੂੰ ਉਹ ਪਹਿਚਾਨਣ ਤੇ ਆਪਣੇ ਆਪ ਨੂੰ, ਆਪਣੇ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣ, ਤਰੱਕੀ ਵਾਲੇ ਰਾਹ ਦੇ ਉੱਪਰ ਲੈ ਕੇ ਜਾਣ। ਸੋ ਇਹ ਪੋਇਮ ਦਾ ਇੱਕ ਐਕਸਪਲੇਨੇਸ਼ਨ ਸੀ, ਨਾਲ ਹੀ ਇਹਦੇ ਵਿੱਚ ਥੀਮ ਵੀ ਤੁਹਾਨੂੰ ਵਿੱਚ ਡਿਸਕਸ ਮੈਂ ਕਰਦਾ ਰਿਹਾ ਸੀਗਾ। ਸੋ ਪੋਇਮ ਸਟਾਰਟਿੰਗ ਦੇ ਵਿੱਚ ਉਹਨਾਂ ਵੈਸੇ ਥੀਮ ਦਾ ਡਿਸਕਸ ਕਰ ਲਿਆ ਸੀਗਾ ਕਿ ਪੋਇਟ ਦੇ ਮਨ ਦੇ ਵਿੱਚ ਆਪਣੇ ਦੇਸ਼ ਤੇ ਆਪਣੇ ਦੇਸ਼ ਵਾਸੀਆਂ ਦੇ ਲਈ ਜੋ ਪਿਆਰ ਹੈ, ਉਹਦੇ ਲਈ ਸੋਚ ਹੈ, ਉਹ ਚਰਨਾ ਚਾਹੁੰਦਾ ਹੈਗਾ। ਉਹ ਬੰਦਾ ਦੇਖੋ ਅੱਜ ਤੋਂ ਤਕਰੀਬਨ 150 ਸਾਲ ਪਹਿਲਾਂ ਵੀ ਉਹ ਗੱਲ ਕਹਿ ਰਿਹਾ ਜਿਹੜੀ ਕਿ ਸਾਨੂੰ ਅੱਜ ਵੀ ਲੋੜ ਹੈ। ਤਾਈਓ ਅਕਸਰ ਹੀ ਰਵਿੰਦਰਨਾਥ ਟੈਗੋਰ ਨੂੰ ਉਹਦੇ ਜੋ ਕੰਟੈਂਪਰਰੀ, ਉਹਦੇ ਸਮਕਾਲੀ ਰਾਈਟਰ ਸੀਗੇ ਜਾਂ ਪੋਇਟ ਸੀਗੇ, ਉਹ ਸਮਝ ਨਹੀਂ ਪਾ ਰਹੇ ਸੀਗੇ ਵੀ ਇਹ ਕੀ ਕਹਿਣਾ ਚਾਹੁੰਦਾ, ਕੀ ਲਿਖਣਾ ਚਾਹੁੰਦਾ ਹੈਗਾ। ਠੀਕ ਹੈ, ਧਰਮ ਦੇ ਖਿਲਾਫ ਨਹੀਂ, ਸੌਰੀ, ਵੀ ਜਿਹੜੀਆਂ ਜਾਤਾਂ ਦੇ ਖਿਲਾਫ ਬੋਲਣਾ, ਜਿਹੜੇ ਕਿ ਸਾਨੂੰ ਇੱਕ ਦੂਜੇ ਨਾਲ ਵੰਡਦੇ ਨੇ, ਉਹ ਚੀਜ਼ਾਂ ਦੇ ਇਹ ਬਿਲਕੁਲ ਖਿਲਾਫ ਸੀਗਾ। ਤੇ ਉਹਦੀ ਗੱਲ ਵੀ ਕੀਤੀ ਹੋਈ ਹੈ, ਨੌਲੇਜ ਦੀ ਗੱਲ ਵੀ ਕੀਤੀ ਹੋਈ ਹੈ, ਸਾਨੂੰ ਆਪਣਾ ਜੋ ਦਾਇਰਾ ਹੈ ਸੋਚ ਦਾ ਵੱਡਾ ਕਰਨਾ ਚਾਹੀਦਾ, ਉਹਦੀ ਗੱਲ ਵੀ ਕੀਤੀ ਹੋਈ ਹੈਗੀ। ਸਾਨੂੰ ਆਪਣੀ ਜੋ ਸਕਿੱਲ ਹੈ ਉਹਨੂੰ ਇੰਪਰੂਵ ਕਰਨਾ ਚਾਹੀਦਾ ਹੈਗਾ, ਸਾਡੀਆਂ ਯੋਗਤਾਵਾਂ ਨੇ ਉਸਨੂੰ ਹੋਰ ਵਧਾਉਣਾ ਚਾਹੀਦਾ ਹੈਗਾ, ਸਾਨੂੰ ਮਿਹਨਤ ਕਰਨੀ ਚਾਹੀਦੀ ਹੈਗੀ। ਸੋ ਕਿੰਨੇ ਹੀ ਥੀਮ ਨੇ ਇਹਦੇ ਵਿੱਚ, ਜਿਹੜੀ ਕਿ ਹਰ ਇੱਕ ਲਾਈਨ ਦੇ ਵਿੱਚ, ਮੈਂ ਤਾਂ ਕਹੂੰਗਾ ਕਿ ਹਰ ਇੱਕ ਲਾਈਨ ਦੇ ਵਿੱਚ ਇੱਕ ਥੀਮ ਹੈ, ਇੱਕ ਸੋਚ ਹੈ, ਜਿਹੜੀ ਕਿ ਇਸ ਪੁਆਇੰਟ ਦੇ ਵਿੱਚ ਡਿਸਕਸ ਕੀਤੀ ਹੋਈ ਹੈਗੀ। ਠੀਕ ਹੈ, ਸੋ ਇਹਦੇ ਨਾਲ ਰਿਲੇਟਡ ਜੋ ਕੁਝ ਟਿਪਸ ਸੀਗੇ ਜਾਂ ਜੋ ਸਾਨੂੰ ਆਨਸਰ ਦੇ ਵਿੱਚ ਲਿਖਣ ਦੇ ਲਈ ਹੈਲਪਫੁਲ ਹੁੰਦੀਆਂ ਨੇਗੀਆਂ, ਉਹ ਚੀਜ਼ਾਂ ਮੈਂ ਤੁਹਾਨੂੰ ਦਿੱਤੀਆਂ ਨੇਗੀਆਂ। ਫਿਰ ਵੀ ਜੇ ਨਹੀਂ ਪਤਾ ਲੱਗ ਰਿਹਾ, ਦੁਬਾਰਾ ਇਸ ਨੂੰ ਸਟਾਰਟਿੰਗ ਤੋਂ ਲੈ ਕੇ ਐਂਡਿੰਗ ਤੱਕ ਸੁਣੋ, ਤੇ ਜੋ ਮੈਂ ਵਰਡਸ ਇਹਦੇ ਵਿੱਚ ਬੋਲਦਾ ਹੁਣ ਉਹ ਜ਼ਰੂਰ ਲਿਖਿਆ ਕਰੋ ਉਸਨੂੰ ਆਪਣੇ ਆਨਸਰ ਦੇ ਵਿੱਚ ਵੀ, ਕਿਉਂਕਿ ਇਹਨਾਂ ਆਨਸਰ ਦੇ ਨਾਲ ਤੁਹਾਨੂੰ ਹੋਰ ਐਕਸਟਰਾ ਮਾਰਕਸ ਜ਼ਰੂਰ ਮਿਲਣਗੇ ਹੀ ਮਿਲਣਗੇ। ਗੱਲ ਮੇਰੀ ਸਮਝ ਆਈ? ਬਾਕੀ ਕੁਐਸਚਨ ਤੁਹਾਡੀ ਸਕਰੀਨ ਦੇ ਉੱਪਰ ਤੁਹਾਨੂੰ ਵਿਖੇ ਰਹੇ ਨੇਗੇ, ਤੇ ਇਹਨਾਂ ਦਾ ਆਨਸਰ ਤੁਸੀਂ ਮੈਨੂੰ ਡੈਫੀਨੇਟਲੀ ਦੇਣਾ ਹੀ ਦੇਣਾ। ਥੈਂਕ ਯੂ ਸੋ ਮਚ।